ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 552 ਤੋਂ ਲੈ ਕੇ 554 ਤੱਕ ਸਵੈਬਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਮਹੱਲਾ ਤੀਜਾ। ਇੱਕ ਸਤਿਗੁਰ ਕੀ ਸੇਵਾ ਕਰੈ ਚਾਕਰੀ, ਹਰ ਨਾਮੇ ਲੱਗੈ ਪਿਆਰ। ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨ ਉਧਾਰ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਇੱਕ ਜੀਵ ਸਤਿਗੁਰ ਦੀ ਦੱਸੀ ਹੋਈ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਅਤੇ ਪਰਮੇਸ਼ਰ ਦੇ ਨਾਮ ਦੇ ਨਾਲ ਉਹਨਾਂ ਨੂੰ ਪਿਆਰ ਪੈ ਜਾਂਦਾ ਅਤੇ ਉਹ ਜੀਵ ਆਪਣਾ ਵੀ ਜਨਮ ਸਵਾਰ ਜਾਂਦੇ ਨੇ ਅਤੇ ਆਪਣੀ ਕੁੱਲ ਨੂੰ ਵੀ ਤਾਰ ਲੈਂਦੇ ਨੇ। ਪੌੜੀ। ਆਪੇ ਚਾਟ ਸਾਲ ਆਪ ਹੈ ਪਾਦਾ, ਆਪੇ ਚਾਟੜੇ ਪੜਨ ਕੋ ਆਣੇ। ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ। ਇਕ ਥੈ ਪੜ ਬੂਝੈ ਸਭ ਆਪੇ, ਇਕ ਥੈ ਆਪੇ ਕਰੇ ਇਆਣੇ। ਇਕ ਨਾ ਅੰਦਰ ਮਹਿਲ ਬੁਲਾਏ, ਜਾ ਆਪ ਤੇਰੇ ਮਨ ਸੱਚੇ ਪਾਣੇ। ਜਿਨਾ ਆਪੇ ਗੁਰਮੁਖ ਦੇ ਵਡਿਆਈ, ਸੇ ਜਨ ਸੱਚੀ ਦਰਗਹਿ ਜਾਣੇ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਵੀ ਜਿਸ ਤਰ੍ਹਾਂ ਪਰਮੇਸ਼ਰ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ, ਹਰ ਇੱਕ ਘਟ ਵਿੱਚ ਵਿਆਪਕ ਹੈ, ਫਿਰ ਇਸ ਤਰ੍ਹਾਂ ਆਪੇ ਤੇ ਕਹਿੰਦੇ ਪਰਮੇਸ਼ਰ ਪਾਠਸ਼ਾਲਾ ਹੈ, ਆਪੇ ਹੀ ਪੜ੍ਹਾਉਣ ਵਾਲਾ ਪਾਦਾ ਹੈ, ਆਪੇ ਹੀ ਜਿਹੜੇ ਪੜ੍ਹਨ ਵਾਲੇ ਆਉਂਦੇ ਨੇ ਵਿਦਿਆਰਥੀ ਉਹ ਹੈ। ਆਪੇ ਪਿਤਾ ਹੈ ਸਾਡਾ ਸਾਰਿਆਂ ਦਾ, ਆਪੇ ਮਾਤਾ ਹੈ, ਆਪੇ ਆਪਣੇ ਬੱਚਿਆਂ ਨੂੰ ਸਿਆਣੇ ਕਰਦਾ ਹੈ। ਇੱਕ ਥਾਂ ਕਹਿੰਦੇ ਜਿਹੜੇ ਹੈਗੇ ਨੇ ਜੀਵ ਪਰਮੇਸ਼ਰ ਦਾ ਨਾਮ ਜਪ ਕੇ ਸਭ ਅਸਲੀਅਤ ਨੂੰ ਸਮਝ ਜਾਂਦੇ ਨੇ। ਇੱਕ ਥਾਂ ਜਿਹੜੇ ਕੁਰਾਹੇ ਪਾਏ ਨੇ ਉਹ ਅਜੇ ਵੀ ਜੀਵਨ ਦੀ ਅਸਲੀਅਤ ਤੋਂ ਅਣਜਾਣ ਰਹਿੰਦੇ ਨੇ। ਇੱਕ ਕਹਿੰਦੇ ਜਿਹੜੇ ਪਰਮੇਸ਼ਰ ਦੇ ਮਨ ਵਿੱਚ ਭਾ ਜਾਂਦੇ ਨੇ ਉਹ ਆਪਣੇ ਅੰਤਰ ਆਤਮੇ ਹਿਰਦੇ ਵਿੱਚ, ਮਹਿਲ ਹੈ ਅੰਦਰ ਆਤਮੇ ਹਿਰਦਾ, ਉੱਥੇ ਕਹਿੰਦੇ ਪਰਮੇਸ਼ਰ ਨੂੰ ਲੱਭ ਲੈਂਦੇ ਨੇ, ਪਰਮੇਸ਼ਰ ਕੋਲ ਪਹੁੰਚ ਜਾਂਦੇ ਨੇ ਪਰਮੇਸ਼ਰ ਦੇ ਬੁਲਾਏ। ਜਿਨ੍ਹਾਂ ਨੂੰ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਆਪ ਵਡਿਆਈ ਦਿੰਦੇ ਨੇ, ਉਹ ਕਹਿੰਦੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸੱਚੇ ਜਾਣੇ ਜਾਂਦੇ ਨੇ। ਵਾਹਿਗੁਰੂ ਜੀ। ਵਾਹਿਗੁਰੂ ਜੀ। ਸ਼ਲੋਕ ਮਰਦਾਨਾ ਪਹਿਲਾ। ਹਾਂਜੀ, ਇਹਦੇ ਬਾਰੇ ਸੰਗਤ ਜੀ ਇਹ ਵਿਚਾਰ ਕੀਤੀ ਜਾਂਦੀ ਹੈ ਵੀ ਸ਼ਾਇਦ ਭਾਈ ਮਰਦਾਨਾ ਜੀ ਨੇ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਕੋਈ ਸਵਾਲ ਪੁੱਛੇ ਹੋਣਗੇ, ਤਾਂ ਉਸ ਸਵਾਲਾਂ ਦੇ ਜਵਾਬ ਵਿੱਚ ਜੋ ਪਾਤਸ਼ਾਹ ਨੇ ਬਾਣੀ ਉਚਾਰੀ ਹੈ ਉਹ ਇਸ ਸ਼ਲੋਕ ਮਰਦਾਨਾ ਪਹਿਲਾ ਦੇ ਸਿਰਲੇਖ ਹੇਠਾਂ ਹੈ। ਕਲ ਕਲ ਵਾਲੀ ਕਾਮ ਮਦ, ਮਨੁਆ ਪੀਵਣ ਹਾਰ। ਕਰੋਧ ਕਟੋਰੀ ਮੋਹਿ ਪਰੀ, ਪੀਲਾਵਾ ਅਹੰਕਾਰ। ਮਜਲਸ ਕੂੜੇ ਲੱਭ ਕੀ, ਪੀ ਪੀ ਹੋਏ ਖੁਆਰ। ਕਰਨੀ ਲਾਹਨ ਸਤ ਗੁੜ, ਸੱਚ ਸਰਾ ਕਰ ਸਾਰ। ਗੁਣ ਮੰਡੇ ਕਰ ਸੀਲ ਘਿਓ, ਸਰਮ ਮਾਸ ਆਹਾਰ। ਗੁਰਮੁਖ ਪਾਈਐ ਨਾਨਕਾ, ਖਾਧੇ ਜਾਹੇ ਵਿਕਾਰ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਇਸ ਕਲਯੁਗੀ ਸੁਭਾਅ ਦੇ ਵਿੱਚ, ਜਦੋਂ ਕਲਯੁਗ ਦਾ ਸੁਭਾਅ ਦਾ ਬੋਲਬਾਲਾ ਹੈ, ਕਹਿੰਦੇ ਕਾਮ ਰੂਪੀ ਸ਼ਰਾਬ ਬਣੀ ਹੋਈ ਹੈ ਅਤੇ ਜੀਵ ਦਾ ਮਨ ਇਹਨੂੰ ਪੀਣ ਵਾਲਾ ਬਣਿਆ ਹੋਇਆ। ਜਿਹੜੀ ਕਟੋਰੀ ਆ ਉਹ ਕ੍ਰੋਧ ਦੀ ਭਰੀ ਹੋਈ ਆ। ਮੋਹ ਜਿਹੜਾ ਹੈਗਾ ਉਹ ਪਿਲਾਉਣ ਜਿਹੜਾ ਅਹੰਕਾਰ ਆ ਉਹ ਪਿਲਾਉਣ ਵਾਲਾ। ਕਟੋਰੀ ਕ੍ਰੋਧ ਦੀ ਆ ਭਰੀ, ਮੋਹ ਦੇ ਨਾਲ ਹੋਈ ਆ। ਕ੍ਰੋਧ ਦੀ ਕਟੋਰੀ ਮੋਹ ਨਾਲ ਭਰੀ ਹੋਈ ਆ, ਪਿਲਾਉਣ ਵਾਲਾ ਅਹੰਕਾਰ ਆ। ਫਿਰ ਕਹਿੰਦੇ ਕੂੜੇ ਲੱਭਦੀ ਮਜਲਸ ਆ, ਉਹਦੇ ਵਿੱਚ ਕਾਮ ਨੂੰ ਪੀ ਕੇ ਜੀਵ ਖੁਆਰ ਹੋ ਰਿਹਾ। ਇਹਦੀ ਵਜ੍ਹਾ 'ਤੇ ਕਹਿੰਦੇ ਜੇ ਲਾਹਨ ਹੁੰਦਾ ਵੀ ਜਿਹਦੀ ਲੋਕ ਸ਼ਰਾਬ ਬਣਾਉਂਦੇ ਨੇ,
ਉਹ ਚੰਗੀ ਕਰਨੀ ਬਣ ਜਾਵੇ। ਚੰਗੀ ਕਰਨੀ ਤਾਂ ਸ਼ਰਾਬ ਬਣਾਉਣ ਵਾਲਾ ਸਮਾਨ ਬਣ ਜਾਏ, ਸੱਚ ਦਾ ਗੁੜ ਹੋ ਜਾਵੇ ਵਿੱਚ, ਪਰਮੇਸ਼ਰ ਦੇ ਨਾਮ ਦੇ ਜਪਣ ਵਾਲੀ ਕਾਰ ਕੀਤੀ ਜਾਵੇ। ਜਿਹੜੇ ਮੰਡੇ ਕਹਿੰਦੇ ਨੇ ਵੱਡੀਆਂ ਵੱਡੀਆਂ ਰੋਟੀਆਂ ਨੂੰ, ਉਹਦੇ ਜਿਹੜੇ ਗੁਣ ਨੇ ਚੰਗੇ, ਉੱਦਾਂ ਦੀਆਂ ਜਿਹੜੇ ਗੁਣ ਨੇ ਉਹ ਤਾਂ ਰੋਟੀਆਂ ਜਿਹੜੀਆਂ ਨੇ ਉਹ ਗੁਣ ਬਣ ਜਾਣ ਚੰਗੇ। ਵਿੱਚ ਸੀਲ ਦਾ ਘਿਓ ਪਿਆ ਹੋਵੇ। ਜਿਹੜਾ ਮਾਸ ਲੋਕ ਖਾਂਦੇ ਨੇ ਉਹਦੀ ਬਜਾਏ ਲੋਕਾਂ ਨੂੰ ਸ਼ਰਮ ਹੋਏ ਮਾੜੇ ਕੰਮ ਦੀ, ਇਸ ਤਰ੍ਹਾਂ ਜੀਵਾਂ ਦਾ ਕਹਿੰਦੇ ਆਹਾਰ ਇਹ ਬਣੇ। ਫਿਰ ਕਹਿੰਦੇ ਇਹ ਆਹਾਰ ਬਣ ਕਿਵੇਂ ਸਕਦਾ? ਇਹ ਗੁਰੂ ਦੇ ਸਨਮੁਖ ਰਿਹਾ। ਗੁਰੂ ਦੇ ਸਨਮੁਖ ਰਿਹਾ ਹੈ ਜੀਵ ਵਿੱਚ ਚੰਗੇ ਗੁਣ ਆਉਂਦੇ ਨੇ, ਸੀਲ ਸੰਜਮ ਆਉਂਦਾ ਅਤੇ ਲੋਕਾਂ ਤੋਂ ਮਾੜੇ ਕੰਮ ਦੀ ਸ਼ਰਮ ਹੁੰਦੀ ਆ। ਇਸ ਤਰ੍ਹਾਂ ਫਿਰ ਕਹਿੰਦੇ ਜੀਵ ਜਦੋਂ ਗੁਰੂ ਦੇ ਸਨਮੁਖ ਹੁੰਦਾ, ਫਿਰ ਇਹ ਸਾਰੇ ਜਿਹੜੇ ਵਿਕਾਰ ਨੇ ਮਾੜੇ, ਫਿਰ ਕਹਿੰਦੇ ਇਹੋ ਜੀਵ ਦੇ ਅੰਦਰੋਂ ਖਤਮ ਹੁੰਦੇ ਨੇ। ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ, ਮਜਲਸ ਤ੍ਰਿਸ਼ਨਾ ਧਾਤ, ਮਾਨਸਾ ਕਟੋਰੀ ਕੂੜ ਭਰੀ, ਪੀ ਲਾਏ ਜਮਕਾਲ। ਫਿਰ ਕਹਿੰਦੇ ਜਿਹੜਾ ਸਾਡਾ ਸਰੀਰ ਆ ਉਹ ਤਾਂ ਲਾਹਣ ਬਣ ਜਾਏ, ਆਪੇ ਨੂੰ ਪਹਿਚਾਨਣਾ ਉਹ ਸ਼ਰਾਬ ਬਣ ਜਾਏ। ਜਿਹੜੀ ਹੈਗੀ ਆ ਅੰਦਰੋਂ ਆਪਣੇ ਤ੍ਰਿਸ਼ਨਾ ਨੂੰ ਮਾਰਨਾ, ਇਹਦੀ ਮਜਲਸ ਹੋਏ। ਜਿਹੜੀ ਹੈਗੀ ਆ ਅੰਦਰ ਸਾਡੀ ਇੱਛਾ ਮਨਸਾ, ਉਹ ਪਰਮੇਸ਼ਰ ਦਾ ਨਾਮ ਜਪਣ ਵਾਲੀ ਬਣ ਜੇ, ਜਿਹੜੀ ਇੱਦਾਂ ਦੀ ਹੋ ਜਾਵੇ। ਪਰ ਹੈ ਨਹੀਂ, ਹੈ ਕਹਿੰਦੇ ਜਿਹੜੀ ਕਟੋਰੀ ਆ ਉਹ ਮਾੜੀਆਂ ਮਨਸਾ ਨਾਲ ਜੀਵ ਦੀ ਭਰੀ ਹੋਈ ਆ ਅਤੇ ਕੂੜ ਦੀ ਭਰੀ ਹੋਈ ਆ ਕਟੋਰੀ। ਮਨਸਾ ਦੀ ਕਟੋਰੀ ਬਣ ਕੇ ਕੂੜ ਦੀ ਭਰੀ ਹੋਈ ਆ। ਪਿਲਾਉਣ ਵਾਲਾ ਜਮਕਾਲ ਹੈਗਾ, ਵਿਕਾਰ ਨੇ ਜੀਵ ਦੇ। ਕਹਿੰਦੇ ਇਤ ਮਦ ਪੀਤੇ ਨਾਨਕਾ, ਬਹੁਤੇ ਖੱਟੀਏ ਵਿਕਾਰ। ਫਿਰ ਇਸ ਤਰ੍ਹਾਂ ਦੀ ਜਿਹੜੀ ਸ਼ਰਾਬ ਆ ਇਹ ਪੀਤਿਆਂ ਜੀਵ ਦੇ ਵਿਕਾਰ ਬਹੁਤੇ ਵੱਧਦੇ ਨੇ। ਇਹ ਕਿਹੜੀ ਕਿਵੇਂ ਦੀ ਸ਼ਰਾਬ ਬਣੀ ਹੋਈ ਹੈ? ਜਿਹਦੇ 'ਚ ਮਨਸਾ ਦੀ ਇੱਛਾ ਦੀ ਕਟੋਰੀ ਆ, ਪਰ ਕੂੜ ਨਾਲ ਭਰੀ ਆ, ਪਿਲਾ ਰਹੀ ਹੈ ਆਤਮਿਕ ਮੌਤ। ਇਹ ਸਾਰੇ ਵਿਕਾਰ ਹੀ ਵਿਕਾਰ ਨੇ ਜੀਵ ਅੰਦਰ। ਗਿਆਨ ਗੁੜ ਸਲਾਹਾ ਮੰਡੇ, ਭਉ ਮਾਸ ਆਹਾਰ, ਨਾਨਕ ਇਹ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਫਿਰ ਕਹਿੰਦੇ ਸੱਚ ਦਾ ਭੋਜਨ ਕਿਹੜਾ ਬਣ ਸਕਦਾ? ਜਿਹੜਾ ਜੀਵ ਦਾ ਜੀਵਨ ਦਾ ਆਧਾਰ ਬਣ ਜੇ। ਉਹਦੇ ਵਿੱਚ ਗੁੜ ਹੋਵੇ ਗਿਆਨ ਦਾ, ਪਰਮਾਤਮਾ ਦੀ ਸਿਫਤ ਸਲਾਹ ਦੇ ਮੰਡੇ ਹੋਣ, ਜੀਵ ਨੂੰ ਪਰਮੇਸ਼ਰ ਦੇ ਡਰ ਦਾ ਇਹ ਮਾਸ ਦਾ ਆਹਾਰ ਹੋਵੇ। ਇਸ ਤਰ੍ਹਾਂ ਦਾ ਭੋਜਨ ਜਦੋਂ ਜੀਵ ਛਕਦਾ, ਫਿਰ ਉਹਨੂੰ ਸੱਚੇ ਨਾਮ ਦਾ ਆਸਰਾ ਮਿਲਦਾ। ਕਾਇਆ ਲਾਹਣ ਆਪ ਮਦ, ਅੰਮ੍ਰਿਤ ਤਿਸ ਕੀ ਧਾਰ, ਸਤ ਸੰਗਤ ਸਿਉ ਮਿਲਾਪ ਹੋਏ, ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕੱਟੇ ਵਿਕਾਰ। ਕਹਿੰਦੇ ਜੇ ਜੀਵ ਦਾ ਸਰੀਰ ਲਾਹਣ ਬਣ ਜਾਵੇ, ਆਪੇ ਨੂੰ ਪਹਿਚਾਨਣਾ ਇਹ ਸ਼ਰਾਬ ਬਣ ਜਾਵੇ, ਅਤੇ ਉਹਦੇ ਵਿੱਚ ਫਿਰ ਪਰਮੇਸ਼ਰ ਦੇ ਨਾਮ ਦੀ ਅੰਮ੍ਰਿਤ ਰੂਪੀ ਧਾਰ ਪਵੇ। ਫਿਰ ਕੀ ਹੋਵੇ? ਕਹਿੰਦੇ ਸਤ ਸੰਗਤ ਦੇ ਵਿੱਚ ਪਰਮੇਸ਼ਰ ਦੀ ਜਿਹੜੀ ਲਿਵ ਆ ਉਹ ਭਰੀ, ਉਹ ਲੱਗੀ ਹੋਵੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ। ਇਹ ਇਸ ਤਰ੍ਹਾਂ ਦੀ ਕਟੋਰੀ ਅੰਮ੍ਰਿਤ ਦੀ ਭਰੀ ਹੋਈ, ਇਹਨੂੰ ਪੀ ਕੇ ਜੀਵ ਦੇ ਜਿਹੜੇ ਵਿਕਾਰ ਨੇ ਅੰਦਰੋਂ ਫਿਰ ਖਤਮ ਹੁੰਦੇ ਨੇ। ਪੌੜੀ ਆਪੇ ਸੁਰ ਨਰ ਗਣ ਗੰਧਰਵਾ, ਆਪੇ ਖਟ ਦਰਸ਼ਨ ਕੀ ਬਾਣੀ, ਆਪੇ ਸਿਵ ਸ਼ੰਕਰ ਮਹੇਸਾ, ਆਪੇ ਗੁਰਮੁਖ ਅਕਥ ਕਹਾਣੀ, ਆਪੇ ਜੋਗੀ ਆਪੇ ਭੋਗੀ, ਆਪੇ ਸੰਨਿਆਸੀ ਫਿਰੈ ਬਿਵਾਣੀ, ਆਪੇ ਨਲ ਗੋਸ਼ਟ ਆਪ ਉਪਦੇਸੈ, ਆਪੇ ਸੁਗੜ ਸਰੂਪ ਸਿਆਣੀ, ਆਪਣਾ ਚੋਜ ਕਰ ਵੇਖੈ ਆਪੇ, ਆਪੇ ਸਭਨਾ ਜੀਆਂ ਕਾ ਹੈ ਜਾਣੀ। ਹਾਂਜੀ ਸੰਗਤ ਜੀ, ਫਿਰ ਕਹਿੰਦੇ ਨੇ ਜਿਸ ਤਰ੍ਹਾਂ ਪਰਮੇਸ਼ਰ ਘੱਟ ਘੱਟ ਵਿੱਚ ਵਸਦਾ, ਫਿਰ ਕਹਿੰਦੇ ਆਪੇ ਹੀ ਜਿਹੜੇ ਹੈਗੇ ਨੇ ਆਪਣੇ ਸਵਰਗੀ ਦੇਵਤਿਆਂ ਦੇ ਗਾਉਣ ਵਾਲੇ ਗਵਈਏ, ਆਪੇ ਹੀ ਦੇਵਤੇ, ਆਪੇ ਹੀ ਜੋ 6 ਸ਼ਾਸਤਰਾਂ ਦੀ ਜਿਹੜੀ ਬਾਣੀ ਆ
ਇਹ ਸਭ ਕੁਝ ਕਰਨ ਵਾਲਾ ਕਰਤਾ ਆਪ ਹੀ ਹੈ। ਆਪੇ ਹੀ ਉਹਨੇ ਸ਼ਿਵ, ਸ਼ੰਕਰ, ਮਹੇਸ਼ ਸਾਰੇ ਆਪ ਹੀ ਬਣਾਏ ਨੇ। ਆਪ ਹੀ ਫਿਰ ਗੁਰੂ ਦੇ ਸਨਮੁਖ ਹੋ ਕੇ ਆਪਣੇ ਸਰੂਪ ਦੀ ਕਹਾਣੀ ਵੀ ਕਥਨ ਵਾਲਾ ਵੀ ਆਪ ਹੀ ਹੈ। ਆਪੇ ਜੋਗੀ ਆ, ਆਪੇ ਹੀ ਪਦਾਰਥਾਂ ਨੂੰ ਭੋਗਣ ਵਾਲਾ ਭੋਗੀ ਆ, ਆਪੇ ਹੀ ਸੰਨਿਆਸੀ ਰੂਪ ਬਣ ਕੇ ਜੰਗਲਾਂ ਵਿੱਚ ਫਿਰਨ ਵਾਲਾ ਵੀ ਆਪ ਹੀ ਆ। ਕਿਉਂਕਿ ਹਰ ਇੱਕ ਦੇ ਵਿੱਚ ਆਪ ਆ। ਜੇ ਦੋ ਗੋਸ਼ਟ ਕਰਨ ਵਾਲੇ ਸੰਨਿਆਸੀ ਨੇ, ਇੱਕ ਪਹਿਲੇ 'ਚ ਵੀ ਆਪ ਹੀ ਆ, ਦੂਜੇ 'ਚ ਵੀ ਆਪ ਹੀ ਆ। ਫਿਰ ਆਪਣੇ ਨਾਲ ਆਪੇ ਹੀ ਗੋਸ਼ਟ ਕਰ ਰਿਹਾ, ਆਪੇ ਹੀ ਉਪਦੇਸ਼ ਦੇ ਰਿਹਾ, ਆਪੇ ਹੀ ਸੁਗੜ ਰੂਪ ਸਿਆਣਾ ਵੀ ਪਰਮੇਸ਼ਰ ਆਪ ਆ। ਸਿਆਣੇ ਵਿੱਚ ਵੀ ਆਪ ਆ, ਇਆਣੇ ਵਿੱਚ ਵੀ ਆਪ ਆ। ਆਪਣੇ ਚੋਜ ਕਹਿੰਦੇ ਕਰਕੇ ਕੌਤਕ, ਆਪ ਹੀ ਦੇਖਣ ਵਾਲਾ, ਸਾਰਿਆਂ ਦੇ ਅੰਦਰ ਬੈਠਾ, ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਵੀ ਆਪ ਆ। ਸ਼ਲੋਕ ਮਹੱਲਾ ਤੀਜਾ। ਇਹਾ ਸੰਧਿਆ ਪਰਵਾਨ ਹੈ, ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਹਰ ਸਿਉ ਪ੍ਰੀਤ ਉਪਜੈ, ਮਾਇਆ ਮੋਹ ਜਲਾਵੈ। ਗੁਰ ਪ੍ਰਸਾਦੀ ਦੁਬਿਧਾ ਮਰੈ, ਮਨੁਆ ਅਸਥਰ ਸੰਧਿਆ ਕਰੇ ਵਿਚਾਰ। ਨਾਨਕ ਸੰਧਿਆ ਕਰੈ ਮਨ ਮੁਖੀ, ਜੀਉ ਨਾ ਟਿਕੈ ਮਰ ਜੰਮੈ ਹੋਏ ਖੁਆਰ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਕਿ ਜੀਵ ਦਾ ਸਵੇਰ ਦਾ, ਅੰਮ੍ਰਿਤ ਵੇਲੇ ਦਾ, ਦੁਪਹਿਰ ਦਾ, ਸ਼ਾਮ ਦਾ ਜਿਹੜਾ ਵੀ ਪਰਮੇਸ਼ਰ ਦਾ ਨਾਂ ਲਿਆ, ਪਾਠ ਪੂਜਾ ਕਰਨੀ, ਉਹੀ ਪ੍ਰਵਾਨ ਹੈ ਜਦੋਂ ਪਰਮੇਸ਼ਰ ਚੇਤੇ ਵਿੱਚ ਹੋਵੇ। ਉਹ ਚੇਤਾ ਜਦੋਂ ਪਰਮੇਸ਼ਰ ਦੇ ਨਾਲ ਜੀਵ ਨੂੰ ਪ੍ਰੇਮ ਹੋ ਜਾਵੇ, ਇਹਦੇ ਨਾਲ ਫਿਰ ਅੰਦਰੋਂ ਜੀਵ ਦੇ ਜਿਹੜਾ ਮਾਇਆ ਦਾ ਮੋਹ ਆ ਉਹ ਜਲ ਜਾਂਦਾ। ਜਦੋਂ ਗੁਰੂ ਦੀ ਕਿਰਪਾ ਦੇ ਨਾਲ ਜੀਵ 'ਤੇ ਪਰਮੇਸ਼ਰ ਦੀ ਰਹਿਮਤ ਹੁੰਦੀ ਆ, ਫਿਰ ਜੀਵ ਦੇ ਅੰਦਰੋਂ ਦੁਬਿਧਾ ਮਰ ਜਾਂਦੀ ਆ, ਉਹਦਾ ਜਿਹੜਾ ਮਨ ਆ ਉਹ ਸਥਿਰ ਹੋ ਜਾਂਦਾ। ਇਸ ਤਰ੍ਹਾਂ ਦੀ ਕਹਿੰਦੇ ਅਸਲ ਦੇ ਵਿੱਚ ਹੈਗੀ ਆ ਜਿਹੜੀ ਪੂਜਾ ਪਾਠ ਆ, ਜਦੋਂ ਜੀਵ ਦਾ ਮਨ ਚੰਚਲਤਾ ਛੱਡ ਜਾਏ। ਫਿਰ ਨਾਨਕ ਜੀ ਕਹਿੰਦੇ ਨੇ ਪਾਠ ਪੂਜਾ ਤਾਂ ਚਾਹੇ ਮਨਮੁਖੀ ਜੀਵ ਵੀ ਕਰਦੇ ਹੋਣਗੇ, ਪਰ ਉਹਨਾਂ ਦਾ ਮਨ ਨਹੀਂ ਟਿਕਦਾ। ਜਦੋਂ ਤੱਕ ਮਨ ਨਹੀਂ ਟਿਕਦਾ, ਫਿਰ ਕਹਿੰਦੇ ਉਹ ਜੰਮਣ ਮਰਨ ਦੇ ਚੱਕਰ ਵਿੱਚ ਬੈਠੇ ਰਹਿੰਦੇ ਨੇ। ਮਹੱਲਾ ਤੀਜਾ। ਪ੍ਰਿਯੋ ਪ੍ਰਿਯੋ ਕਰਤੀ ਸਭ ਜਗ ਫਿਰੀ, ਮੇਰੀ ਪਿਆਸ ਨ ਜਾਏ। ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ, ਫਿਰ ਪਾਇਆ ਘਰ ਆਏ। ਕਹਿੰਦੇ ਜੀਵ ਬਹੁਤ ਜਗ੍ਹਾ 'ਤੇ ਫਿਰਦਾ ਰਿਹਾ, ਬੜੀ ਭਟਕਣਾ ਵਿੱਚ ਫਿਰਿਆ। ਕਹਿੰਦੇ ਪਰਮੇਸ਼ਰ ਨੂੰ ਜਿਹੜੀ ਮਿਲਣ ਦੀ ਪਿਆਸ ਸੀ ਉਹ ਜੀਵ ਦੀ ਖਤਮ ਨਹੀਂ ਹੋਈ। ਉਹ ਕਦੋਂ ਖਤਮ ਹੁੰਦੀ ਹੈ? ਨਾਨਕ ਜੀ ਕਹਿੰਦੇ ਜਦੋਂ ਸਤਿਗੁਰ ਮਿਲਿਆ ਮੇਰੀ ਪਿਆਸ ਗਈ, ਫਿਰ ਪਾਇਆ ਘਰ ਆਏ। ਜਦੋਂ ਸਤਿਗੁਰ ਦੇ ਨਾਲ ਜੀਵ ਦਾ ਮਿਲਾਪ ਹੁੰਦਾ, ਫਿਰ ਉਹਦੀ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਖਤਮ ਹੁੰਦੀ ਆ। ਕਿੱਥੇ ਮਿਲ ਪੈਂਦਾ ਪਰਮੇਸ਼ਰ? ਆਪਣੇ ਹਿਰਦੇ ਘਰ ਵਿੱਚ, ਅੰਦਰ ਟਿਕਿਆਂ ਹੀ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ। ਪੌੜੀ। ਆਪੇ ਤੰਤ ਪਰਮ ਤੰਤ ਸਭ ਆਪੇ, ਆਪੇ ਠਾਕੁਰ ਦਾਸ ਪਿਆ। ਆਪੇ 10 8 ਵਰਨ ਉਪਾਇਨ, ਆਪ ਬ੍ਰਹਮ ਆਪ ਰਾਜ ਲਿਆ। ਆਪੇ ਮਾਰੇ ਆਪੇ ਛੋੜੈ, ਆਪੇ ਬਖਸ਼ੇ ਕਰੇ ਦਿਆ। ਆਪ ਅਭੁੱਲ ਨ ਭੁੱਲੈ ਕਬਹੀ, ਸਭ ਸਚਿਤ ਪਾਵਸ ਸਚ ਥੀਆ। ਆਪੇ ਜਿਨਾ ਬੁਝਾਏ ਗੁਰਮੁਖ, ਤਿਨ ਅੰਦਰੋਂ ਦੂਜਾ ਪਰਮ ਗਿਆ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਆਪ ਹੀ ਜੀਵ ਰੂਪੀ ਤਾਰ ਹੈ, ਆਪ ਹੀ ਪਰਮ ਆਤਮਾ ਰੂਪੀ ਤਾਰ ਹੈ, ਆਪੇ ਹੀ ਠਾਕੁਰ ਹੈ, ਆਪੇ ਹੀ ਦਾਸ ਹੈ। ਆਪੇ ਹੀ ਕਹਿੰਦੇ 18 ਵਰਨ ਉਪਾਏ ਨੇ। ਆਪ ਹੀ ਬ੍ਰਹਮ ਬਣਿਆ, ਆਪ ਹੀ ਫਿਰ ਰਾਜ ਲਿਆ। ਆਪੇ ਹੀ ਕਹਿੰਦੇ ਜੀਵਾਂ ਨੂੰ ਪੈਦਾ ਕਰਦਾ, ਆਪੇ ਹੀ ਜੀਵਾਂ ਨੂੰ ਮਾਰਦਾ ਹੈ। ਆਪੇ ਹੀ ਜੀਵਾਂ 'ਤੇ ਬਖਸ਼ਿਸ਼ ਕਰਦਾ, ਆਪੇ ਹੀ ਜੀਵਾਂ 'ਤੇ ਦਇਆ ਕਰਦਾ। ਕਹਿੰਦੇ ਪਰਮੇਸ਼ਰ ਪਰ ਕਦੇ ਭੁੱਲਦਾ ਨਹੀਂ ਹੈ। ਜੀਵ ਭੁੱਲਣਹਾਰ ਹੈ, ਪਰ ਪਰਮੇਸ਼ਰ ਕਦੇ ਗਲਤੀ ਨਹੀਂ ਕਰਦਾ। ਪਰਮੇਸ਼ਰ ਕਦੇ ਭੁੱਲਦਾ ਨਹੀਂ।
ਜੋ ਪਰਮੇਸ਼ਰ ਦਾ ਨਿਆਂ ਉਹ ਹਮੇਸ਼ਾ ਸੱਚਾ ਹੈ, ਸਦਾ ਹੀ ਸੱਚਾ ਹੈ। ਕਹਿੰਦੇ ਆਪੇ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਜਿਸ ਜੀਵ ਨੂੰ ਜੀਵਨ ਦੀ ਅਸਲੀਅਤ ਸਮਝਾ ਦਿੰਦਾ ਹੈ, ਉਹਦੇ ਅੰਦਰੋਂ ਸਾਰਾ ਭਰਮ, ਸਾਰਾ ਸਹਿਮ ਖਤਮ ਹੋ ਜਾਂਦਾ ਹੈ। ਸ਼ਲੋਕ ਮਹੱਲਾ ਪੰਜਵਾਂ। ਹਰ ਨਾਮ ਨ ਸਿਮਰੈ ਸਾਧ ਸੰਗ, ਤੈ ਤਨ ਉਡੈ ਖੇਹ। ਜਿਨ ਕੀਤੀ ਤਿਸੈ ਨ ਜਾਣਈ, ਨਾਨਕ ਫਿੱਟ ਅਲੂਣੀ ਦੇਹ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਨਹੀਂ ਸਿਮਰਿਆ, ਉਹਦੀ ਜਿਹੜੇ ਕਹਿੰਦੇ ਸਰੀਰ ਆ ਉਹ ਅੰਤ ਨੂੰ ਸੁਆਹ ਹੋ ਜਾਂਦਾ ਹੈ। ਉਹ ਕਿਸੇ ਸੰਸਾਰ ਨੂੰ, ਭਵਜਲ ਨੂੰ ਪਾਰ ਨਹੀਂ ਕਰ ਸਕਦਾ ਪਰਮੇਸ਼ਰ ਦਾ ਨਾਮ ਸਿਮਰਨ ਤੋਂ ਬਿਨਾਂ। ਉਹ ਤਨ ਛਾਰ ਹੋ ਜਾਂਦਾ ਹੈ। ਉਹ ਪਰਮੇਸ਼ਰ ਕਹਿੰਦੇ ਜਿਸ ਨੇ ਇਹ ਸ੍ਰਿਸ਼ਟੀ ਉਪਾਈ ਆ, ਜਿਸ ਨੇ ਜੀਵ ਨੂੰ ਪੈਦਾ ਕੀਤਾ, ਜਦੋਂ ਉਹਦਾ ਨਾਮ ਨਹੀਂ ਜਪਦਾ ਜਿਹੜਾ ਜੀਵ, ਉਹ ਜੀਵ ਕਹਿੰਦੇ ਉਹਦੇ ਸਰੀਰ, ਉਹਦਾ ਇੱਥੇ ਜਨਮ ਲੈਣਾ ਹੀ ਕਹਿੰਦੇ ਵਿਅਰਥ ਆ। ਕਿਉਂਕਿ ਜਿਹੜਾ ਜਨਮ ਆ ਉਹ ਮਿਲਿਆ ਹੀ ਉਹਦਾ ਨਾਮ ਜਪਣ ਲਈ ਆ। ਜਿਸ ਮਕਸਦ ਲਈ ਇੱਥੇ ਪਰਮੇਸ਼ਰ ਨੇ ਭੇਜਿਆ ਉਹ ਮਕਸਦ ਪੂਰਾ ਨਹੀਂ ਕੀਤਾ ਤਾਂ ਉਹ ਸਰੀਰ ਫਿਰ ਕਹਿੰਦੇ ਮਿੱਟੀ ਆ। ਮਹੱਲਾ ਪੰਜਵਾਂ। ਘਟ ਵਸੈ ਚਰਨਾਰ ਬਿੰਦ, ਰਸਨਾ ਜਪੈ ਗੋਪਾਲ। ਨਾਨਕ ਸੋ ਪ੍ਰਭ ਸਿਮਰੀਐ, ਤਿਸ ਦੇਹੀ ਕੋ ਪਾਲ। ਨਾਨਕ ਜੀ ਕਹਿੰਦੇ ਨੇ ਹੇ ਜੀਵ, ਜਿਹੜਾ ਪਰਮੇਸ਼ਰ ਤੇਰੀ ਦੇਹੀ ਨੂੰ ਪਾਲਦਾ ਉਹਨੂੰ ਸਿਮਰੀਏ। ਕਹਿੰਦੇ ਜਿਹੜਾ ਜੀਵ ਆਪਣੀ ਰਸਨਾ ਨਾਲ ਉਸ ਪਰਮਾਤਮਾ ਨੂੰ ਕਹਿੰਦੇ ਜਪਦਾ ਹੈ, ਉਹਦੇ ਕਹਿੰਦੇ ਹਿਰਦੇ ਘਟ ਵਿੱਚ ਪਰਮੇਸ਼ਰ ਵਸ ਜਾਂਦਾ ਹੈ। ਪੌੜੀ। ਆਪੇ 68 ਤੀਰਥ ਕਰਤਾ, ਆਪ ਕਰੇ ਇਸਨਾਨ। ਆਪੇ ਸੰਜਮ ਵਰਤੈ ਸੁਆਮੀ, ਆਪ ਜਪਾਏ ਨਾਮ। ਆਪ ਦਿਆਲ ਹੋਏ ਪਉਖੰਡਨ, ਆਪ ਕਰੈ ਸਭ ਦਾਨ। ਜਿਸਨੂੰ ਗੁਰਮੁਖ ਆਪ 부ਝਾਏ, ਸੋ ਸਦ ਹੀ ਦਰਗਹਿ ਮਾਇ ਪਾਏ ਮਾਨ। ਜਿਸਨੂੰ ਗੁਰਮੁਖ ਆਪ 부ਝਾਏ, ਸੋ ਸਦ ਹੀ ਦਰਗਹਿ ਪਾਏ ਮਾਨ। ਜਿਸ ਦੀ ਪੈਜ ਰਖੈ ਹਰ ਸੁਆਮੀ, ਸੋ ਸੱਚਾ ਹਰ ਜਾਨ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਆਪ ਹੀ 68 ਤੀਰਥਾਂ ਨੂੰ ਬਣਾਉਣ ਵਾਲਾ ਹੈ। ਆਪ ਹੀ ਵਿੱਚ ਤੀਰਥਾਂ ਦੇ ਇਸ਼ਨਾਨ ਕਰਨ ਵਾਲਾ ਹੈ। ਆਪ ਹੀ ਸੰਜਮ ਵਿੱਚ ਵਰਤਦਾ ਹੈ। ਆਪ ਹੀ ਸੁਆਮੀ ਹੈ। ਆਪ ਹੀ ਜੀਵਾਂ ਤੋਂ ਨਾਮ ਜਪਵਾਉਂਦਾ ਹੈ। ਆਪ ਦਿਆਲੂ ਹੋ ਕੇ ਉਹਨਾਂ ਦੇ ਸਾਰੇ ਡਰ ਭਰਮ ਖਤਮ ਕਰਦਾ ਹੈ। ਆਪੇ ਹੀ ਸਾਰੀਆਂ ਦਾਤਾਂ, ਆਪੇ ਹੀ ਨਾਮ ਦਾਨ ਦੇਣ ਵਾਲਾ ਹੈ। ਜਿਸ ਨੂੰ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਇਸ ਜੀਵਨ ਦੀ ਅਸਲੀਅਤ ਸਮਝਾ ਦਿੰਦਾ, ਉਹ ਜੀਵ ਫਿਰ ਉਹਦੀ ਆਪਣੀ ਹੀ ਦਰਗਾਹ ਦੇ ਵਿੱਚ ਆਦਰ ਪਾਉਂਦੇ ਨੇ। ਜਿਸ ਦੀ ਪੈਜ ਰੱਖੈ ਹਰ ਸੁਆਮੀ, ਸੋ ਸੱਚਾ ਹਰ ਜਾਨ। ਕਹਿੰਦੇ ਜਿਸ ਜੀਵ ਦੀ ਪੈਜ ਆਪ ਰੱਖਦਾ, ਉਹ ਜੀਵ ਕਹਿੰਦੇ ਸੱਚੇ ਵਾਂਗ ਬਣ ਜਾਂਦਾ। ਜੋ ਸੱਚਾ ਬਣ ਗਿਆ, ਉਹ ਸੱਚੇ ਦਾ ਰੂਪ ਬਣ ਗਿਆ। ਜਿਸ ਦੀ ਪੈਜ ਰੱਖਦਾ, ਉਹਨੂੰ ਜੀਵਨ ਦੀ ਅਸਲੀਅਤ ਸਮਝਾ ਕੇ ਉਹਨੂੰ ਸੱਚਾ ਬਣਾ ਦਿੰਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ, ਜਗ ਅੰਧ ਹੈ। ਅੰਧੇ ਕਰਮ ਕਮਾਏ, ਸਭ ਦੇ ਸਿਉ ਚਿਤ ਨ ਲਾਵਈ। ਜਿਤ ਸੁਖ ਵਸੈ ਮਨ ਆਏ, ਤਾਮਸ ਲੱਗਾ ਸਦਾ ਫਿਰੈ। ਅਹਨਸ ਜਲਤ ਬਿਹਾਏ, ਜੋ ਤਿਸ ਪਾਵੈ ਸੋ ਥੀਐ। ਕਹਿਣਾ ਕਿਛੂ ਨ ਜਾਏ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਬਿਨਾਂ ਸਤਿਗੁਰ ਦੇ ਕਹਿੰਦੇ ਮਿਲਾਪ ਤੋਂ ਬਿਨਾਂ ਜਿਹੜਾ ਜੀਵ ਆ ਜਗਤ ਦੇ ਵਿੱਚ ਅਗਿਆਨਤਾ ਦੇ ਹਨੇਰੇ ਵਿੱਚ ਹੈ
ਤੇ ਅਗਿਆਨਤਾ ਦੇ ਹਨੇਰੇ ਵਿੱਚ ਜਿਹੜੇ ਕਰਮ ਕਮਾ ਰਹੇ ਆ ਉਹ ਵੀ ਝੂਠੇ ਨੇ। ਪਰਮੇਸ਼ਰ ਦੇ ਨਾਲ ਮਿਲਾਪ ਲਈ ਗੁਰੂ ਦੇ ਸ਼ਬਦ ਦੇ ਵਿੱਚ ਮਨ ਭਿੱਜਣਾ ਚਾਹੀਦਾ। ਜਦੋਂ ਗੁਰੂ ਦੇ ਸ਼ਬਦ ਦੇ ਵਿੱਚ ਮਨ ਨਹੀਂ ਭਿੱਜਦਾ ਜੀਵ ਦਾ, ਉਹ ਸ਼ਬਦ ਜਿਸ ਦੇ ਰਾਹੀਂ ਜੀਵ ਦੇ ਮਨ ਵਿੱਚ ਸੁੱਖਾਂ ਦਾ ਵਾਸਾ ਹੁੰਦਾ ਹੈ। ਤੇ ਫਿਰ ਜੀਵ ਕਹਿੰਦੇ ਜਿਹੜੇ ਮਾਇਆ ਦੇ 3 ਗੁਣ ਨੇ ਉਹਨਾਂ ਦੇ ਅਧੀਨ ਹਰ ਵਕਤ ਜਿਹੜਾ ਉਹਦਾ ਹਿਰਦਾ ਚਿੰਤਾ ਵਿੱਚ ਰਹਿੰਦਾ ਹੈ। ਜਿਹੜੇ ਮਾਇਆ ਦੇ 3 ਗੁਣਾਂ ਦੇ ਪ੍ਰਭਾਵ ਹੇਠ ਜਿਹੜੇ ਜੀਵ ਨੇ ਉਹ ਅੰਦਰੋਂ ਹਿਰਦੇ ਤੋਂ ਸ਼ਾਂਤ ਨਹੀਂ ਹੁੰਦੇ, ਉਹ ਹਮੇਸ਼ਾ ਚਿੰਤਤ ਹੁੰਦੇ ਨੇ। ਫਿਰ ਕਹਿੰਦੇ ਇਹਦੇ ਬਾਰੇ ਕੁਝ ਆਪਾਂ ਕਹਿ ਵੀ ਨਹੀਂ ਸਕਦੇ। ਸੰਸਾਰ ਵਿੱਚ ਹਰ ਇੱਕ ਜੀਵ ਦੇ ਨਾਲ ਉਹੀ ਹੋ ਰਿਹਾ ਜੋ ਪਰਮੇਸ਼ਰ ਨੂੰ ਭਾ ਰਿਹਾ। ਸਭ ਕੁਝ ਪਰਮੇਸ਼ਰ ਦੀ ਰਜ਼ਾ ਦੇ ਨਾਲ ਹੀ ਜੀਵਾਂ ਦੀ ਜ਼ਿੰਦਗੀ ਦੇ ਵਿੱਚ ਵਾਪਰ ਰਿਹਾ। ਫਿਰ ਕਹਿੰਦੇ ਇਹਦੇ ਬਾਰੇ ਕੁਝ ਕਿਹਾ ਵੀ ਨਹੀਂ ਜਾ ਸਕਦਾ। ਇਹ ਪਰਮੇਸ਼ਰ ਦੀਆਂ ਖੇਡਾਂ ਨੇ, ਪਰਮੇਸ਼ਰ ਹੀ ਜਾਣੇ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।